मानवता लोप हो रही सी। हिंदुओं को जरूरत सी एक अलौकिक प्रकाश की जो उस राह ਨੂੰ ਪ੍ਰਦਰਸ਼ਿਤ ਕਰੇ। ਲੋਕਾਂ ਨੂੰ ਲੋੜ ਸੀ ਇੱਕ ਗੁਰੂ ਦੀ। ਇਹ अलौकिक ਪ੍ਰਕਾਸ਼ ਗਿਆਨ ਦੀ ਨੂਰਾਨੀ ਜੋਤ ਜਗਮਗਾਈ ਪੰਜਾਬ ਵਿੱਚ। सन 1469 ਕੱਤਕ ਦੀ ਪੂਰਨਮਾਸ਼ੀ ਦੀ ਰਾਤ ਜਗਮਗਾਉਂਦੇ ਚੰਦਰਮਾ ਦੀ ਰੋਸ਼ਨੀ ਵਿੱਚ ਤਲਵੰਡੀ ਪਿੰਡ ਵਿੱਚ ਇੱਕ ਬਾਲਕ ਦਾ ਆਗਮਨ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਉਹਨਾਂ ਦੀ ਆਬਾ ਅੰਦਰ ਬਚਪਨ ਤੋਂ ਹੀ ਇੱਕ ਅਨੋਖਾ ਤੇਜ ਸੀ। ਸਨ 1504 ਨੂੰ 35 ਸਾਲ ਦੀ ਉਮਰ ਵਿੱਚ ਪਵਿੱਤਰ ਕਾਲੀ ਬਈ ਨਦੀ ਦੇ ਕੰਢੇ ਗੁਰੂ ਦੇ ਰੂਪ ਵਿੱਚ ਉਹਨਾਂ ਨੇ ਪਹਿਲੇ ਸ਼ਬਦ ਕਹੇ, ਪਰਮਾਤਮਾ ਇੱਕ ਹੈ, ਉਹਨਾਂ ਦਾ ਨਾਮ ਸੱਚਾ ਹੈ, ਉਹੀ ਇਸ ਸ੍ਰਿਸ਼ਟੀ ਦੇ ਕਰਤਾ ਹਨ, ਉਹ ਭੈ ਤੋਂ ਰਹਿਤ ਹਨ, ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੈ, ਨਾ ਕੋਈ ਆਕਾਰ, ਨਾ ਕੋਈ ਮੂਰਤ, ਉਹ ਸਦੀਵੀ ਹਨ, ਨਾ ਜਨਮ ਨਾ ਮੌਤ, ਉਹ ਪਰਤੱਖ ਹਨ, ਉਹਨਾਂ ਦੀ ਹੋਂਦ ਸਮੇਂ ਦੀ ਚੱਕਰ ਤੋਂ ਪਰੇ ਹੈ। ਇਸ ਪ੍ਰਕਾਰ ਇੱਕ ਓਂਕਾਰ ਸਤਨਾਮ ਦੀ ਸਿੱਖਿਆ ਦੇ ਕੇ ਉਹਨਾਂ ਨੇ ਨਿਰਮਲ ਪੰਥ ਸਿੱਖ ਧਰਮ ਚਲਾਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਜੋਤ ਨੂੰ 9 ਗੁਰੂਆਂ ਨੇ ਜਗਦੀ ਰੱਖਿਆ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸੰਭਾਲਿਆ। ਸ਼੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਨੂੰ ਸਾਧਨਾ ਬਣਾਇਆ। ਉਹਨਾਂ ਨੇ ਲੰਗਰ ਦੀ ਪਵਿੱਤਰ ਪਰੰਪਰਾ ਨੂੰ ਪੰਗਤ ਦੇ ਰੂਪ ਵਿੱਚ ਜਨ ਜਨ ਦੇ ਮਨ ਤੱਕ ਪਹੁੰਚਾਇਆ। ਸ਼੍ਰੀ ਗੁਰੂ ਰਾਮਦਾਸ ਜੀ ਦੇ ਹੱਥਾਂ ਨੇ ਰਾਮਦਾਸਪੁਰ ਦੀ ਨੀਂਹ ਰੱਖੀ, ਜੋ ਅੱਗੇ ਚੱਲ ਕੇ ਅੰਮ੍ਰਿਤਸਰ ਬਣੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੇ ਗੁਰੂਆਂ ਦੇ ਗਿਆਨ ਨੂੰ ਸੱਚੀ ਰਾਹ ਨੂੰ ਆਦ ਗ੍ਰੰਥ ਦੇ ਰੂਪ ਵਿੱਚ ਸੰਗ੍ਰਹਿਤ ਕੀਤਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ ਅਤੇ ਸਮਝਾਇਆ, ਮੇਰੀ ਅਤੇ ਪੀਰੀ ਦੋਹਾਂ ਦਾ ਸੰਤੁਲਨ ਹੀ ਸੱਚਾ ਜੀਵਨ ਹੈ, ਪਰ ਪੀਰੀ ਨੂੰ ਪ੍ਰਾਥਮਿਕਤਾ ਹੈ। ਸ਼੍ਰੀ ਗੁਰੂ ਹਰਿਰਾਏ ਜੀ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਕਰੁਣਾ, ਦਇਆ ਅਤੇ ਸੇਵਾ ਨੂੰ ਧਰਮ ਦਾ ਆਧਾਰ ਬਣਾਇਆ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜਦੋਂ ਜੋਤੀ ਜੋਤ ਸਮਾਉਣ ਦੇ ਨੇੜੇ ਸਨ, ਸਾਰੇ ਇੰਤਜ਼ਾਰ ਵਿੱਚ ਸਨ ਕਿ ਉਹ ਕਹਿਣ ਕੌਣ ਹੋਣਗੇ ਅਗਲੇ ਗੁਰੂ। ਗੁਰੂ ਜੀ ਨੇ ਕੇਵਲ ਇਹ ਸ਼ਬਦ ਕਹੇ, ਬਾਬਾ ਬਕਾਲਾ। ਗਿਆਨ ਦੀ ਜੋਤ ਜੋ ਸਾਲਾਂ ਤੋਂ ਜਗ ਰਹੀ ਸੀ, ਉਸ ਦੇ ਅਗਲੇ ਗੁਰੂ ਕੌਣ ਹੋਣਗੇ? ਵਿੱਚ ਸੱਚ ਤੇ ਹੀ ਹਨੇਰੇ ਦੇ ਬੱਦਲ ਸਨ। ਮੱਖਣ ਸ਼ਾਹ ਲਵਾਣਾ ਇੱਕ ਸਿੱਖ ਵਪਾਰੀ ਸਮੁੰਦਰ ਵਿਚਕਾਰ ਤੂਫਾਨ ਵਿੱਚ ਫਸੇ। ਤਦ ਉਹਨਾਂ ਨੇ ਗੁਰੂ ਅੱਗੇ ਅਰਦਾਸ ਕੀਤੀ, ਜੇਕਰ ਸਾਰੇ ਸਲਾਮਤ ਰਹੇ ਤਾਂ ਉਹ ਗੁਰੂ ਨੂੰ ਸੋਨੇ ਦੀਆਂ 500 ਮੋਹਰਾਂ ਭੇਂਟ ਕਰਨਗੇ। ਗੁਰੂ ਨੇ ਬੇੜਾ ਪਾਰ ਲੰਘਾਇਆ। ਮੱਖਣ ਸ਼ਾਹ ਬਕਾਲਾ ਪਹੁੰਚੇ ਤੇ ਉਹਨਾਂ ਨੂੰ ਇੱਕ ਨਹੀਂ, 2 ਨਹੀਂ, 22 ਲੋਕ ਮਿਲੇ, ਜਿਨ੍ਹਾਂ ਨੇ ਕਿਹਾ, ਅਸੀਂ ਗੁਰੂ ਹਾਂ। ਮੱਖਣ ਸ਼ਾਹ ਸਾਰਿਆਂ ਨੂੰ 5-5 ਸੋਨੇ ਦੀਆਂ ਮੋਹਰਾਂ ਦਿੰਦੇ ਗਏ। ਸਾਰੇ ਅਸੀਸਾਂ ਦਿੰਦੇ ਗਏ। ਸਭ ਦਾ ਛਲ ਸਾਹਮਣੇ ਆਉਂਦਾ ਗਿਆ।
ਪਰ ਗੁਰੂ ਜੀ ਫੇਰ ਵੀ ਨਾ ਮਿਲੇ। ਅੰਤ ਵਿੱਚ ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਤੇਗ ਬਹਾਦਰ ਜੀ ਕੋਲ ਪਹੁੰਚੇ। ਮੱਖਣ ਸ਼ਾਹ ਨੇ 5 ਸੋਨੇ ਦੀਆਂ ਮੋਹਰਾਂ ਭੇਂਟ ਕੀਤੀਆਂ। ਗੁਰੂ ਜੀ ਨੇ ਕਿਹਾ, ਗੁਰੂ ਲਈ ਸਿੱਖਿਆ ਦਾ ਕੋਈ ਮੁੱਲ ਨਹੀਂ ਹੈ, ਪਰ ਬਚਨ ਤੁਸੀਂ 500 ਸੋਨੇ ਦੀਆਂ ਮੋਹਰਾਂ ਦਾ ਕੀਤਾ ਸੀ ਅਤੇ ਸੱਚਾ ਸਿੱਖ ਵਚਨ ਨਿਭਾਉਂਦਾ ਹੈ। ਇਹ ਗੱਲ ਸੁਣਦੇ ਹੀ ਮੱਖਣ ਸ਼ਾਹ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਉੱਠ ਦੌੜੇ ਅਤੇ ਸਾਰਿਆਂ ਨੂੰ ਕਿਹਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਨੌਵੇਂ ਗੁਰੂ ਮਿਲ ਗਏ, ਸ਼੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਮਾਨਵਤਾ ਅਤੇ ਸ਼ਹਾਦਤ ਦੀ ਬੇਜੋੜ ਮਿਸਾਲ ਕਾਇਮ ਕੀਤੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਤਿਆਗਮੱਲ ਜੀ। ਬਚਪਨ ਤੋਂ ਹੀ ਉਹ ਸਮਝਦੀ ਸੀ ਸੇਵਾ, ਸ਼ਾਂਤੀ ਅਤੇ ਤਿਆਗ ਨੂੰ, ਪਰ ਨਾਲ ਹੀ ਤਲਵਾਰ ਵਿੱਚ ਉਹਨਾਂ ਦੀ ਅਲੱਗ ਧਾਰ ਸੀ। 13 ਸਾਲ ਦੀ ਉਮਰ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਨੇ ਤਲਵਾਰ ਅਜਿਹੀ ਚਲਾਈ ਕਿ ਦੁਸ਼ਮਣ ਦੌੜ ਗਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਦ ਉਹਨਾਂ ਨੂੰ ਨਵੇਂ ਨਾਮ ਨਾਲ ਬੁਲਾਇਆ, ਤੇਗ ਬਹਾਦਰ। ਤੇਗ ਬਹਾਦਰ ਜੀ ਪਿਤਾ ਜੀ ਦੀ ਸੇਵਾ ਵਿੱਚ, ਸੰਗਤਾਂ ਦੀ ਸੇਵਾ ਵਿੱਚ ਕਕਾਲਾ ਵਿੱਚ ਰੁੱਝੇ ਰਹੇ। ਉਹ ਗੁਰੂਆਂ ਦੀਆਂ ਗਿਆਨ ਭਰੀਆਂ ਗੱਲਾਂ ਸੁਣਾਉਂਦੇ ਰਹੇ ਅਤੇ ਸਾਲਾਂ ਬਾਅਦ ਬਕਾਲਾ ਵਿੱਚ ਹੀ ਸਾਰੀ ਮਾਨਵਤਾ ਦੇ ਕਲਿਆਣ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਅਲੌਕਿਕ ਪ੍ਰਕਾਸ਼ ਲੋਕਾਂ ਨੂੰ ਅਰਪਣ ਕੀਤਾ। ਉਹਨਾਂ ਦੇ ਗਿਆਨ ਨੂੰ, ਧਰਮ ਦੇ ਸਨੇਹ ਨੂੰ, ਦਇਆ ਦੇ ਸਾਰ ਨੂੰ ਸਭ ਤੱਕ ਪਹੁੰਚਾਉਣ ਲਈ ਉਹ ਯਾਤਰਾ ਕਰਦੇ ਰਹੇ, ਉੱਤਰੀ ਇਲਾਕਿਆਂ ਤੋਂ ਪੂਰਬ ਵੱਲ। ਭਾਰਤ ਦੇਸ਼ ਵਿੱਚ ਸ਼ਾਂਤੀ ਦਾ ਇਹ ਸੁਨੇਹਾ ਇੱਕ ਦਮਨਕਾਰੀ ਬਾਦਸ਼ਾਹ ਨੂੰ ਪਸੰਦ ਨਹੀਂ ਆਇਆ। ਔਰੰਗਜ਼ੇਬ, ਉਹ ਜਿਸ ਨੂੰ ਸਹਿਨਸ਼ੀਲਤਾ, ਪ੍ਰਭੂਸੱਤਾ ਅਤੇ ਧਾਰਮਿਕ ਸੁਤੰਤਰਤਾ ਮਨਜ਼ੂਰ ਨਹੀਂ ਸੀ, ਉਸ ਦਾ ਦੁਰਾਚਾਰ ਵਾਲਾ ਫਰਮਾਨ ਸੀ, ਸਾਰਿਆਂ ਨੂੰ ਇਸਲਾਮ ਕਬੂਲ ਕਰਾਓ, ਜੋ ਨਾ ਮੰਨੇ ਉਸ ਨੂੰ ਮੌਤ ਦੇ ਘਾਟ ਉਤਾਰੋ। ਇਸ ਅਮਾਨਵੀ ਫਰਮਾਨ ਨਾਲ ਚਾਰੇ ਪਾਸੇ ਦਹਿਸ਼ਤ ਸੀ, ਮਦਦ ਲਈ ਚੀਖੋਕਾਰ ਮਚੀ ਸੀ। ਔਰੰਗਜ਼ੇਬ ਦਾ ਇਹ ਧਾਰਮਿਕ ਅਤਿਆਚਾਰ ਕਸ਼ਮੀਰ ਦੀਆਂ ਘਾਟੀਆਂ ਤੱਕ ਪਹੁੰਚਿਆ। ਕਸ਼ਮੀਰੀ ਪੰਡਤਾਂ ਨੂੰ ਪਰੇਸ਼ਾਨ ਕੀਤਾ ਗਿਆ, ਧਰਮ ਬਦਲਣ ਲਈ ਮਜਬੂਰ ਕੀਤਾ ਗਿਆ। ਜੀਵਨ ਦੀ ਰੱਖਿਆ ਅਤੇ ਆਸਥਾ ਨੂੰ ਸੁਰੱਖਿਅਤ ਕਰਨ ਲਈ ਕਸ਼ਮੀਰੀ ਪੰਡਿਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਆਨੰਦਪੁਰ ਪੁੱਜੇ। ਉਹਨਾਂ ਨੇ ਗੁਰੂ ਜੀ ਅੱਗੇ ਗੁਹਾਰ ਲਗਾਈ, ਧਰਮ ਦੀ ਰੱਖਿਆ ਲਈ। ਇਸ ਬੇਨਤੀ ਨੂੰ ਗੁਰੂ ਜੀ ਨੇ ਪ੍ਰਵਾਨ ਕੀਤਾ, ਬਲਕਿ ਧਰਮ ਦੀ ਰੱਖਿਆ ਦੀ ਜ਼ਿੰਮੇਵਾਰੀ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕੀਤਾ। ਉਹ ਜਾਣਦੇ ਸਨ ਕਿ ਇਸ ਦਾ ਨਤੀਜਾ ਕੀ ਹੋਏਗਾ, ਪਰ ਉਹਨਾਂ ਦਾ ਵਚਨ ਅਟਲ ਸੀ। ਔਰੰਗਜ਼ੇਬ ਇਸ ਨੂੰ ਬਰਦਾਸ਼ਤ ਨਾ ਕਰ ਸਕਿਆ। ਉਸਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤਲਵਾਰ ਨਾਲ ਸਾਰੇ ਦਮਨਕਾਰੀ ਕੰਬ ਉੱਠਦੇ, ਪਰ ਉਹਨਾਂ ਦਾ ਫੈਸਲਾ ਸੀ, ਤੇਗ ਨਹੀਂ, ਤਿਆਗ। ਧਰਮ ਦੀ ਰੱਖਿਆ ਲਈ ਤਲਵਾਰ ਨਹੀਂ, ਸੱਚ ਦੀ ਲੋੜ ਹੈ। 3 ਸਾਥੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਗੁਰੂ ਜੀ ਸਮੇਤ
ਆਗਰਾ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਦਿੱਲੀ ਲਿਆਉਂਦਾ ਗਿਆ। अलौकिक तेज नाल गुरु जी दिल्ली आए, पर शैतान मन उजाले नूं कित्थे समझदे हो। तेज नूं उन्हां दीआं अखां सह नहीं सकदियां। दिल्ली विच गुरु जी नूं बंदी बना लिया गया ते कहा गया, अपना चमत्कार दिखाओ तां इस्लाम कबूल करो, नहीं तां रूह कंब जाए अजही मौत लई तैयार हो जाओ। गुरु जी अडोल रहे। वो कैद विच भी अनेक शब्दां दी रचना करते रहे। अडोल अते अमर सच ते अटल रहे। औरंगजेब की सजा उन्होंने चुका नहीं सकी। गुरु जी ने सजा देने लई जुल्म दियां सारियां हदां पार कर दित्तियां गईयां। 11 नवंबर 1675 हज़ारां लोकां दे सामने चांदनी चौक विच मुगल साम्राज ने बहुत ही घिनौना काम किया। भाई मतीदास जी को सब दे सामने लिया गया। उन्होंने इस्लाम कबूल करने लई मजबूर किया गया, पर वो अडोल रहे। लकड़ा नाल बन के आरे नाल चीर के उन्होंने शरीर के 2 टुकड़े कर दिते गए। शहीदी समय भी वो अडोल मन विच जपजी की बाणी का पाठ करते रहे। भाई दयाला जी ने लहू की उधार दिखाई गई, पर उन्होंने मन की चेतना किथे कोई भंग कर सकता सी। उबलते हुए पानी के सामने उन्होंने रखा गया। वो उस पानी विच उतर गए, शहादत को गले लगा लिया। मतीदास जी ने रूह विच लपेट के अग लगा दी गई, पर वो स्थिर रहे। उन्होंने शरीर जल गया सी, पर गुरु की बाणी पढ़ते हुए वो सदा लई अपनी शहादत नाल रोशन हो गए। गुरु जी ने देखा मौत नूं सामने, पर आत्मा नूं निर्वाण विच। बेखौफ अडोल रहे, पक्के इरादे दे नाल। दिल्ली के चांदनी चौक विच लाल किले दे कोल गुरु जी के सीस ते तलवार चली। पर कोई भी उन्होंने सच नूं नहीं झुका सकिया। खून वगिया, पर धर्म दियां जड़ां होर गहरियां हो गई। श्री गुरु तेग बहादुर जी ने शहादत स्वीकार की। जिथे गुरु जी की शहादत हुई, उत्थे अज गुरुद्वारा सीसगंज साहिब स्थित है। ਅਤੇ जिथे पवित्र शरीर का संस्कार होया, उत्थे गुरुद्वारा रकाबगंज साहिब स्थित है। उन्हों का पवित्र सीस आनंदपुर साहिब के गुरुद्वारा शीशगंज साहिब विच अगन भेंट किया गया। तिलक जनेऊ कदे उन्होंने धारण नहीं किया सी, पर तिलक अते जनेऊ की रखिया लई उन्होंने शहादत दी। धर्म हेत साका जिन किया, सीस दिया पर सिर ना दिया। उन्हां दी शहादत गुरु की जोत का अनंत विस्तार सी, जिसका दर्शन हिंद दे जन जन कण कण नूं मिलिया। वो जोत हुण केवल जोत नहीं,
ਉਹ ਹੁਣ ਵੀ ਹਿੰਦ ਦੀ ਚਾਦਰ, ਸ੍ਰਿਸ਼ਟੀ ਦੀ ਚਾਦਰ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕੇਵਲ ਇਤਿਹਾਸ ਨਹੀਂ ਬਲਕਿ ਪ੍ਰੇਰਣਾ ਹੈ ਕਿ ਜਦੋਂ ਵੀ ਅਨਿਆਏ ਵਿਰੁੱਧ ਉੱਠਣਾ ਪਏ ਤਾਂ ਆਪਣੀ ਆਤਮਾ ਦੀ ਆਵਾਜ਼ ਹੀ ਸਭ ਤੋਂ ਵੱਡੀ ਤਲਵਾਰ ਹੈ। ਇਹ ਉਸ ਸਿੱਖਿਆ ਦੀ ਯਾਦ ਦਿਵਾਉਂਦਾ ਹੈ ਜੋ ਅੰਧਕਾਰ ਤੋਂ ਪ੍ਰਕਾਸ਼ ਵੱਲ, ਭੈ ਤੋਂ ਸਾਹਸ ਵੱਲ ਅਤੇ ਭੇਦ ਤੋਂ ਏਕਤਾ ਵੱਲ ਲੈ ਜਾਂਦੀ ਹੈ। ਇਹ ਸੁਨੇਹਾ ਹੈ ਸਿੱਖਾਂ ਦਾ, ਸਾਰੀ ਮਾਨਵਤਾ ਦੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ। ਸਤਿਨਾਮ ਸਤਿਨਾਮ